ਅੱਜ ਮੈਂ ਤੁਹਾਡੇ ਲਈ ਇੱਕ ਔਰਤ ਦੀ ਆਪ ਬੀਤੀ ਲੈ ਕੇ ਰੂਬਰੂ ਹਾਂ, ਜਿਸ ਨੂੰ ਕਿ ਜੀਤ ਕੌਰ ਗਿੱਲ ਨੇ ਸ਼ਬਦ ਬਖਸ਼ੇ ਨੇ। ਇੱਕ ਧੀ, ਉਹ ਹਸਪਤਾਲ ਵਿੱਚ ਪਈ ਸੀ, ਕੈਂਸਰ ਨਾਲ ਜੂਝਦੀ, ਪਲ ਪਲ ਮੌਤ ਵੱਲ ਨੂੰ ਜਾ ਰਹੀ ਸੀ। ਪਰ ਮੈਂ ਫੇਰ ਵੀ ਬੇਫਿਕਰ ਸਾਂ, ਜਿਵੇਂ ਉਹਦੇ ਹਰ ਦੁੱਖ ਸੁੱਖ ਤੋਂ ਸਾਰੀ ਉਮਰ ਬੇਫਿਕਰ ਰਿਹਾ। ਸੋਚ ਰਿਹਾ ਸੀ, ਲੈ ਇਹਨੂੰ ਕੀ ਹੋਣਾ, ਇਹਨੇ 4 ਦਿਨਾਂ ਨੂੰ ਘਰ ਆ ਜਾਣਾ। ਹਸਪਤਾਲ ਦੇ ਨੇੜੇ ਇੱਕ ਠੇਕਾ ਸੀ। ਮੈਂ ਹਮੇਸ਼ਾ ਡਿਊਟੀ ਤੋਂ ਪਰਤਦਾ, ਉਹਨੂੰ 5-10 ਮਿੰਟ ਮਿਲਦਾ ਤੇ ਫਿਰ ਸ਼ਰਾਬ ਪੀਣ ਬੈਠ ਜਾਂਦਾ। ਜਦੋਂ ਤੋਂ ਮੇਰਾ ਵਿਆਹ ਹੋਇਆ ਸੀ, ਉਦੋਂ ਤੋਂ ਮੇਰੀ ਇਹ ਆਦਤ ਚੱਲੀ ਆ ਰਹੀ ਸੀ ਤੇ ਬਹੁਤ ਜ਼ਿਆਦਾ ਪੀਣ ਉਪਰੰਤ ਹੀ ਘਰ ਪਰਤਦਾ। ਮੇਰੇ ਘਰ ਜਾਂਦਿਆਂ ਨੂੰ ਉਹ ਅਕਸਰ ਰੋਜ਼ਾਨਾ ਨਿੱਤ ਦੇ ਕੰਮਾਂ 'ਚ ਲੱਗੀ ਹੁੰਦੀ। ਮੈਂ ਉਹਨੂੰ ਕਦੇ ਪੁੱਛਿਆ ਹੀ ਨਹੀਂ ਕਿ ਉਹਨੂੰ ਇੱਥੇ ਕੋਈ ਦੁੱਖ ਸੁੱਖ ਤਾਂ ਨਹੀਂ। ਸੋਚਦਾ ਸੀ, ਮੋਟੀ ਤਨਖਾਹ ਹੈ ਮੇਰੀ, ਮਹਿਲ ਵਰਗਾ ਘਰ ਹੈ, ਇੱਥੇ ਇਹਨੂੰ ਕੀ ਦੁੱਖ ਹੋਣਾ। ਇਸ ਲਈ ਕਦੇ ਪੁੱਛਣ ਦੀ ਦਿਮਾਗ 'ਚ ਗੱਲ ਹੀ ਨਹੀਂ ਆਈ। ਮੇਰਾ ਮਿਜਾਜ ਇਹੋ ਜਿਹਾ ਸੀ ਕਿ ਔਰਤ ਨਾਲ ਬੁਰਾ ਵਿਵਹਾਰ ਕਰਨਾ। ਕਈਆਂ ਨੂੰ ਇਹ ਆਦਤ ਆਪਣੀ ਵਿਰਾਸਤ 'ਚੋਂ ਹੀ ਮਿਲ ਜਾਂਦੀ ਆ, ਸ਼ਾਇਦ ਮੈਂ ਵੀ ਉਹਨਾਂ ਵਿੱਚੋਂ ਇੱਕ ਸੀ। ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਉਹ ਕੁਝ ਅਲੱਗ ਸੋਚ ਦੀ ਔਰਤ ਹੈ। ਜਦੋਂ ਆਈ ਸੀ ਤਾਂ ਉਹ ਹੱਸਦੀ ਮੁਸਕਰਾਉਂਦੀ ਰਹਿੰਦੀ ਸੀ, ਪਰ ਹੌਲੀ ਹੌਲੀ ਉਸਦਾ ਸੁਭਾਅ ਸ਼ਾਂਤੀ ਵਿੱਚ ਤਬਦੀਲ ਹੋ ਗਿਆ ਤੇ ਫਿਰ ਦੇਖਦਿਆਂ ਉਹ ਉਦਾਸੀ ਦੇ ਨੇੜੇ ਅੱਪੜ ਗਈ ਤੇ ਫਿਰ ਚੁੱਪਚਾਪ, ਨਾ ਕਦੀ ਕੋਈ ਸ਼ਿਕਵਾ ਤੇ ਨਾ ਕਦੀ ਕੋਈ ਸ਼ਿਕਾਇਤ। ਪਰ ਮੇਰੇ ਰਿਸ਼ਤੇਦਾਰਾਂ ਤੇ ਉਹ ਜਾਨ ਦਿੰਦੀ ਸੀ। ਮੈਂ ਪੀ ਕੇ ਘਰ ਆਉਂਦਾ, ਉਹ ਸ਼ਾਂਤ ਹੋ ਜਾਂਦੀ, ਜਿਵੇਂ ਘਰ ਵਿੱਚ ਕੋਈ ਹੋਵੇ ਹੀ ਨਾ। ਸ਼ਾਇਦ ਡਰ ਜਾਂਦੀ ਹੋਵੇਗੀ ਮੇਰੇ ਕੌੜੇ ਸ਼ਬਦਾਂ ਤੋਂ। ਅਖੀਰ 2 ਪੁੱਤਰਾਂ ਤੇ ਇੱਕ ਧੀ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ। ਉਹਦਾ ਦੁੱਖ ਵੇਖੋ, ਉਦੋਂ ਵੀ ਮੈਂ ਉਹਦੇ ਕੋਲ ਨਹੀਂ ਸੀ। ਮੈਂ ਉਦੋਂ ਮਹਿਸੂਸ ਕੀਤਾ ਕਿ ਦੁਨੀਆ ਤੋਂ ਮੇਰਾ ਕੀ ਚਲਾ ਗਿਆ। ਫਿਰ ਇੱਕ ਦਿਨ ਮੈਂ ਉਹਦੀਆਂ ਰਿਪੋਰਟਾਂ ਵੇਖਣ ਲੱਗ ਪਿਆ। ਮੈਨੂੰ ਯਾਦ ਆਇਆ ਕਿ ਉਹਦੀਆਂ ਰਿਪੋਰਟਾਂ ਨਾਲ ਡਾਕਟਰ ਨੇ ਇੱਕ ਲਿਫਾਫਾ ਮੈਨੂੰ ਦਿੱਤਾ ਸੀਗਾ ਤੇ ਨਾਲ ਆਖਿਆ ਸੀ ਕਿ ਇਹ ਵੀ ਤੁਹਾਡੀ ਪਤਨੀ ਦਾ ਹੀ ਹੈ। ਮੈਂ ਲਿਫਾਫਾ ਖੋਲ੍ਹਣ ਲਈ ਉਤਸੁਕ ਹੋ ਗਿਆ। ਉਸ ਵਿੱਚ ਕੁੱਲ 3 ਵਰਕੇ ਸਨ। ਉਹਦਾ ਸਬਰ ਵੇਖੋ, ਜਾਂਦੀ ਜਾਂਦੀ ਵੀ 3 ਵਰਕਿਆਂ 'ਚ ਹੀ ਸਾਰੀ ਜ਼ਿੰਦਗੀ ਦਾ ਵਰਣਨ ਕਰ ਗਈ। ਉਸ ਲਿਖਿਆ ਸੀ, ਮੇਰੀ ਜ਼ਿੰਦਗੀ ਦੇ ਇਹ 17 ਵਰ੍ਹੇ ਕਿਹੋ ਜਿਹੇ ਸੀ। ਮੈਂ ਸੋਚਿਆ, ਜਾਂਦੀ ਜਾਂਦੀ ਤੁਹਾਨੂੰ ਦੱਸ ਹੀ ਜਾਵਾਂ। ਮੇਰਾ ਬੜਾ ਜੀਅ ਕਰਦਾ ਸੀ ਕਿ ਮੈਂ ਤੁਹਾਡੇ ਨਾਲ ਬਹੁਤ ਗੱਲਾਂ ਕਰਾਂ, ਪਰ ਤੁਸੀਂ ਮੇਰੇ ਕੋਲ ਹੀ ਨਹੀਂ ਸੀ ਬੈਠਦੇ। ਬਾਕੀ ਤੁਹਾਡੀ ਕੁੜੱਤਣ ਨੇ ਮੇਰੇ ਸ਼ਬਦਾਂ ਨੂੰ ਸਦਾ ਲਈ ਸੁਕਾ ਹੀ ਦਿੱਤਾ ਸੀ। ਜਦੋਂ ਤੁਸੀਂ ਪੀ ਕੇ ਆਉਂਦੇ ਤਾਂ ਮੈਨੂੰ ਦੁਨੀਆ ਭਰ ਦੇ ਮੰਦੇ ਸ਼ਬਦ ਬੋਲਦੇ। ਪਹਿਲਾਂ ਤਾਂ ਮੈਨੂੰ ਬਹੁਤ ਬੁਰਾ ਲੱਗਦਾ, ਪਰ ਬਾਅਦ 'ਚ ਇੱਕ ਆਦਤ ਜਿਹੀ ਬਣ ਗਈ। ਫਿਰ ਮੈਂ ਕਈ ਵਾਰੀ ਰਾਤ ਨੂੰ ਚੋਰੀ ਰੋ ਲੈਂਦੀ। ਮੇਰੇ 3 ਬੱਚੇ ਮੈਨੂੰ ਚਿਮੜੇ ਰਹਿੰਦੇ। ਉਹ ਸਾਰੀ ਰਾਤ ਡਰੇ ਤੇ ਸਹਿਮੇ ਜਿਹੇ ਮੇਰੇ ਨਾਲ ਲੱਗ ਕੇ ਸੌਂਦੇ। ਮੈਂ ਉਹਨਾਂ ਨੂੰ ਅਕਸਰ ਕਹਿੰਦੀ, ਕੋਈ ਗੱਲ ਨਹੀਂ ਬੱਚੇ, ਘਰਾਂ 'ਚ ਇਹ ਸਭ ਚੱਲਦਾ ਹੀ ਰਹਿੰਦਾ ਹੈ। ਪਰ ਮੈਂ ਆਪਣੇ ਮਨ ਨੂੰ ਹਮੇਸ਼ਾ ਪੁੱਛਦੀ ਕਿ ਮੇਰੇ ਨਾਲ ਹੀ ਇਹ ਕਿਉਂ ਏਦਾਂ ਵਾਪਰ ਰਿਹਾ। ਇੱਕ ਵਾਰ ਤੁਹਾਡੀ ਭੈਣ ਜੀਤ ਦੇ ਸਹੁਰੇ ਘਰ ਉਹਦੇ ਜਨਮ ਦਿਨ ਤੇ ਉਹਦੇ ਪਤੀ ਵੱਲੋਂ ਦਿੱਤੇ ਗਏ ਸੋਨੇ ਦੇ ਕੰਗਣ ਤੇ ਜੀਤ ਵੱਲੋਂ ਕੇਕ ਕੱਟਦੇ ਵੇਖ ਮੈਨੂੰ ਤੁਸੀਂ ਉਦਾਸ ਤੱਕਿਆ ਤੇ ਇੱਕ ਤਾਨਾ ਦਿੱਤਾ ਕਿ ਤੂੰ ਮੇਰੀ ਭੈਣ ਨਾਲ ਈਰਖਾ ਕਰਦੀ ਹੈ। ਪਰ ਮੈਂ ਏਦਾਂ ਨਹੀਂ ਸੀ ਕਰ ਰਹੀ। ਮੈਂ ਤਾਂ ਇਹ ਸੋਚ ਰਹੀ ਸੀ ਕਿ ਮੈਂ ਵੀ ਕਿਸੇ ਦੀ ਧੀ ਹਾਂ। ਮੇਰੇ ਲੇਖਾਂ ਵਿੱਚ ਸ਼ਾਇਦ ਇਹ ਸਤਿਕਾਰ ਲਿਖਿਆ ਹੀ ਨਹੀਂ ਰੱਬ ਨੇ। ਮੈਂ ਸਦਾ ਦੁਆ ਕਰਦੀ ਕਿ ਇਸ ਘਰ ਦੀ ਕੋਈ ਧੀ ਕਦੀ ਦੁਖੀ ਨਾ ਹੋਵੇ, ਕਿਉਂਕਿ ਉਸੇ ਘਰ ਦੀ ਇੱਕ ਧੀ ਮੇਰੀ ਵੀ ਆਂਦਰ ਦਾ ਟੁਕੜਾ ਹੈ।
ਤੁਹਾਡੀ ਤਨਖਾਹ ਦਾ ਕੋਈ ਪੈਸਾ ਮੈਂ ਕਦੇ ਆਪਣੇ ਤੇ ਨਹੀਂ ਖਰਚਿਆ। ਤੁਸੀਂ ਆਖਦੇ ਰਹਿੰਦੇ ਸੀ ਨਾ, ਘਰ ਬੈਠ ਕੇ ਖਾਣਾ ਬੜਾ ਸੌਖਾ ਹੈ, ਕਦੇ ਕਮਾਉਣਾ ਪਵੇ ਤਾਂ ਪਤਾ ਲੱਗੇ। ਉਹ ਖਰਚਾ ਸਿਰਫ ਘਰ ਦੇ ਜਵਾਕਾਂ ਤੇ ਕਰਕੇ ਮੈਂ ਜੋ ਬਚਦਾ ਸੀ ਉਹ ਤੁਹਾਡੀ ਲੱਕੜ ਦੀ ਵੱਡੀ ਅਲਮਾਰੀ 'ਚ ਇੱਕ ਕਾਪੀ ਪਈ ਹੈ, ਸਾਰਾ ਉਸ ਖਾਤੇ ਵਿੱਚ ਜਮ੍ਹਾਂ ਹੈ। ਮੈਨੂੰ ਤਾਂ ਮੇਰੀ ਮਾਂ ਦਾ ਦਿੱਤਾ ਹੀ ਨਹੀਂ ਮੁੱਕਿਆ ਸਾਰੀ ਉਮਰ। ਮੈਂ ਹਮੇਸ਼ਾ ਕਹਿੰਦੀ ਸੀ ਮੇਰੇ ਸਿਰ ਨੂੰ ਕੁਝ ਹੋ ਰਿਹਾ ਹੈ, ਮੇਰਾ ਸਿਰ ਫਟ ਰਿਹਾ, ਪਰ ਤੁਸੀਂ ਕਹਿੰਦੇ ਸੀ ਇਹ ਜਨਾਨੀਆਂ ਵਾਲੇ ਖੇਖੜ ਨਾ ਕਰਿਆ ਕਰ ਇੱਥੇ। ਹੁਣ ਮੈਂ ਹਸਪਤਾਲ 'ਚ ਵੀ ਬਹੁਤਾ ਨਹੀਂ ਸੀ ਉਡੀਕਦੀ ਤੁਹਾਨੂੰ, ਇੰਨੇ ਸਾਲਾਂ ਤੋਂ ਰਗ ਰਗ ਪਛਾਣ ਗਈ ਸਾਂ। ਬੈਠੇ ਤਾਂ ਤੁਸੀਂ ਹੁੰਦੇ ਹੀ ਸੀ ਨਾ, ਚਾਹੇ ਕੁਝ ਕੁ ਮੀਟਰਾਂ ਦੀ ਦੂਰੀ ਤੇ। ਮੇਰੇ ਹੋਣ ਦੀ ਕੋਈ ਖੁਸ਼ੀ ਨਹੀਂ ਸੀ ਤੁਹਾਨੂੰ, ਤੇ ਪਲੀਜ਼ ਜਾਣ ਦਾ ਗਮ ਵੀ ਨਾ ਕਰਨਾ। ਮੇਰੇ ਬੱਚਿਆਂ ਨੂੰ ਸਾਰੀ ਉਮਰ ਹਿੱਕ ਨਾਲ ਲਾ ਕੇ ਰੱਖਣਾ, ਇਹੋ ਇੱਕ ਮੰਗ ਹੈ 17 ਵਰ੍ਹਿਆਂ ਦੀ ਖਿਦਮਤ ਬਦਲੇ ਮੇਰੀ। ਪੜ੍ਹਦਿਆਂ ਪੜ੍ਹਦਿਆਂ ਪਹਿਲੀ ਵਾਰ ਮੇਰੇ ਹੰਝੂ ਛਲਕੇ। ਹੁਣ 10 ਵਰ੍ਹਿਆਂ ਤੋਂ ਰੋਜ਼ ਉਸ ਦਾ ਖਤ ਪੜ੍ਹਨਾ। ਧੀ ਵਿਆਹ ਕੇ ਕੈਨੇਡਾ ਚਲੀ ਗਈ ਤੇ ਪੁੱਤਰ ਵੀ ਭੈਣ ਕੋਲ ਹੀ ਚਲੇ ਗਏ। ਹੁਣ ਕਈ ਵਾਰ ਰਾਤ ਨੂੰ ਪਿਆ ਪਿਆ ਸੋਚਦਾ ਹੈ ਕਿ ਕਿਤੇ ਮੇਰੀ ਧੀ ਤਾਂ ਨਹੀਂ ਰਾਤ ਨੂੰ ਚੋਰੀ ਚੋਰੀ ਤੇਰੇ ਵਾਂਗੂ ਹੰਝੂ ਬਹਾਉਂਦੀ। ਪਰ ਫਿਰ ਇੱਕਦਮ ਹੀ ਵਿਚਾਰ ਬਦਲ ਜਾਂਦਾ ਹੈ, ਕਿਉਂਕਿ ਉਹਦੇ ਨਾਲ ਉਹਦੀਆਂ ਮਾਂ ਦੀਆਂ ਦੁਆਵਾਂ ਨੇ। ਹੁਣ ਇਹ ਘਰ ਮੈਨੂੰ ਖਾਣ ਨੂੰ ਆਉਂਦਾ ਹੈ, ਰੋਜ਼ ਡਿਊਟੀ ਤੋਂ ਪਰਤਦਾ ਉਸ ਹਸਪਤਾਲ ਦੇ ਨੇੜੇ ਠੇਕੇ 'ਤੇ ਜਾ ਬੈਠਦਾ ਹੈ ਜਿੱਥੇ ਉਹਨੇ ਆਖਰੀ ਸਾਹ ਲਏ ਸਨ, ਤੇ ਆਖ ਦਿੰਦਾ, ਤੂੰ ਆਰਾਮ ਨਾਲ ਸੌਂ ਜਾ, ਆ ਵੇਖ ਲੈ ਤੇਰੇ ਕੋਲ ਹੀ ਬੈਠਾ ਹੈ, ਚਾਹੇ ਕੁਝ ਮੀਟਰਾਂ ਦੀ ਦੂਰੀ 'ਤੇ ਹੀ ਸਹੀ। ਬਸ ਉਹਦੇ ਤੇ ਚੁੱਕੇ ਹੱਥ ਹੁਣ ਤਾਂ ਪੈਗ ਵੀ ਨਹੀਂ ਚੁੱਕਦੇ। ਕਾਸ਼ ਪਹਿਲਾਂ ਸਮਝ ਸਕਦਾ ਕਿ ਕਿਸੇ ਦੀ ਧੀ ਨੂੰ ਸੋਚ ਸਕਦਾ ਕਿ ਉਹਦੇ ਅੰਦਰ ਵੀ ਇੱਕ ਔਰਤ ਤੋਂ ਵੱਧ ਕੇ ਕੁਝ ਹੋਰ ਵੀ ਸੀ। ਧੰਨਵਾਦ ਦੋਸਤੋ।